एक पासे कहा जा रहा है लोकतंत्र देश आ, लोगों का जिहड़ा हैगा एक जिहड़ा राज चलदा इत्थे, परंतु दूजे पासे लोग जिहड़े हैगे आ अपने हक्कां दे लई सड़कां ते रुल रहे ने। बिल्कुल जे कोई भी कानून बनाउणा हैगा किसानां दे भले ਲਈ ਤਾਂ ਉਹ ਕਿਸਾਨਾਂ ਨੂੰ ਪੁੱਛ ਕੇ ਹੀ ਬਣਾਉਣਾ ਹੈ। ਹੁਣ ਜਿਹੜੇ ਸਾਡੀ ਸਰਕਾਰ ਨੇ ਇਹ ਕਾਨੂੰਨ ਬਣਾਏ ਆ ਇਹ ਕਿਸਾਨਾਂ ਨੂੰ ਪੁੱਛ ਕੇ ਨਹੀਂ ਬਣਾਏ ਹੈਗੇ। ਫਿਰ ਦੂਸਰਾ ਜਦੋਂ ਕਾਨੂੰਨ ਬਣਾਏ ਜਾਂਦੇ ਆ ਲੋਕ ਸਭਾ ਵਿੱਚ ਮੈਜੋਰਟੀ ਆ ਉੱਥੇ ਪਾਸ ਹੋ ਗਿਆ, ਜਦੋਂ ਰਾਜ ਸਭਾ ਦੇ ਵਿੱਚ ਉੱਥੇ ਬਹਿਸ ਹੋਣੀ ਚਾਹੀਦੀ ਸੀ, ਬਹਿਸ ਹੋਣੇ ਨਹੀਂ ਦਿੱਤੀ, ਵੋਟਿੰਗ ਨਹੀਂ ਹੋਈ। ਫਿਰ ਇਹ उस टाइम लोकतंत्र का सारे बड़ा घाण होया। बड़े फिर कारपोरेट आ जो वड्डियां ये कारपोरेट घराने ये आ जाएंगे, ये तो एक किस्म का जिस तरह ईस्ट इंडिया कंपनी आई सी, फिर मुल्क का हाल तो माड़ा ही होना है। तो सेंटर बना ही नहीं सकता पर क्योंकि मेजोरिटी आ हुण इन्हां कोल 300 के उपर सीटां घमंड भी हैगा। एडवोकेट साहब जिवें जे सूबा सरकार आ जिहड़ी हैगी धक्का करे मतलब किसानां दे नाल किसी भी वर्ग दे नाल तां लोक केंद्र दे कोल जांदे भी साडे नाल धक्का हो रहा, ते हुण जे केंद्र सरकार धक्का कर रही आ ते हुण किसान किस दे कोल इंसाफ लेण जाण, कित्थों मिलूगा इंसाफ, कित्थों ये जिहड़े हैगे कानून रद्द करवाउण जाए। सेंट्रल गवर्नमेंट नूं ये पता लग गया कानून गलत आ मन गए, पर हुण ओह अपने आप थोड़ा जिहा है बई असीं अपने आप रिपील ना करिए। सुप्रीम कोर्ट की शैल्टर लैनी चाहती है, MSP शायद सेंटर कर दे 4 तरीक को हो सकता है, पर पूरा दोहे मंगा उस दिन कोई फैसला नहीं होएगा। चल किसान कहते साडे वास्ते कानून मारू आ, सानू नहीं चाहिए, फिर केंद्र सरकार BJP की सरकार क्यों अड़ी हुई आ इन्हां 3 कानूनों नूं लागू करने वास्ते, की कहते हो? ਉਹ ਅੜੀ ਇਸ ਗੱਲ 'ਤੇ ਆ ਵੀ ਜਿਹੜੀਆਂ ਵੀ ਅੱਜ ਕੱਲ੍ਹ ਇਲੈਕਸ਼ਨਾਂ ਬਹੁਤ ਮਹਿੰਗੀਆਂ ਹੋ ਗਈਆਂ। ਇਲੈਕਸ਼ਨਾਂ ਜਿਹੜੀਆਂ ਹੈਗੀਆਂ ਇਹ ਵੱਡੇ ਘਰਾਣਿਆਂ ਤੋਂ ਲੈ ਕੇ ਇਹ ਸਾਰੀ ਪੈਸੇ ਲੈ ਕੇ ਵੱਡੇ ਘਰਾਣਿਆਂ ਤੋਂ ਅਰਬਾਂ ਰੁਪਏ ਲੈ ਕੇ ਜਿੱਤਦੀ ਆ। ਇਹ ਹੁਣ ਜੱਗ ਜ਼ਾਹਰ ਆ ਵੀ ਕਿਹਨਾਂ ਤੋਂ ਇਹਨਾਂ ਨੇ ਪੈਸੇ ਲਏ ਹੈਗੇ ਆ। ਜਿਸ ਤਰ੍ਹਾਂ ਅੱਤਵਾਦੀ ਦੱਸਿਆ ਗਿਆ ਖਾਲਸਾ ਏਡ ਦੇ ਜਿਹੜਾ ਹੈਗਾ ਮੁਖੀ ਆ ਉਹਨਾਂ ਨੂੰ ਅੱਤਵਾਦੀ ਸੰਗਠਨ ਦੇ ਨਾਲ ਜੋੜਿਆ ਜਾ ਰਿਹਾ, ਅਖੰਡ ਕੀਰਤਨੀ ਜਥਾ ਉਹਨੂੰ ਅੱਤਵਾਦੀਆਂ ਦੇ ਨਾਲ ਜੋੜਿਆ ਜਾ ਰਿਹਾ। पूरी सिख कौम जिहड़ा संत जरनैल सिंह पिंडराले नूं उत्थे मत्था टेकदी यादगार बनाई गई दरबार साहब दे विच, उहनूं अत्तवादी दस्सिया गया, जदों कि कानूनी तौर ते किते भी कागज़ां दे विच अत्तवादी नहीं दस्सिया गया पिंडराले नूं। फिर इन्हां दे खिलाफ की कार्रवाई बनदी कानूनी तौर ते जिहड़े इस तरह दे माहौल खराब करन दीआं गल्लां करदे? इन्हां दे खिलाफ केस करना चाहिए है। ਜਿਹੜੇ भी संस्थावां नूं बोलिया गया सिख संस्थावां नूं इन्हां नूं केस करना चाहिए है, और बहुत वकील ये केस लड़न नूं तैयार आ। सरकार ਇਹ मत सोचे भी ਜਿਹੜਾ ਇਹ ਅੰਦੋਲਨ ਆ ਇਹ ਇੱਥੇ रुक ਜਾਏਗਾ, नहीं रुकेगा। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਸੱਜਣ ਸਿੰਘ ਸੈਣੀ। ਖੇਤੀ ਬਿੱਲਾਂ ਦੇ ਜੋ ਵਿਰੋਧ ਦੇ ਵਿੱਚ ਲਗਾਤਾਰ ਕਿਸਾਨ ਸੜਕਾਂ ਦੇ ਉੱਤੇ ਠੰਡ ਦੇ ਵਿੱਚ ਡਟੇ ਹੋਏ ਨੇ। 6 ਦੌਰ ਦੀ ਜੋ ਮੀਟਿੰਗ ਆ ਉਸ ਦੇ ਵਿੱਚ ਵੀ ਕੋਈ ਹੱਲ ਨਹੀਂ ਨਿਕਲਿਆ। ਸਰਕਾਰ ਜਿਹੜੇ ਹੈਗੇ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਮੂਡ ਦੇ ਵਿੱਚ ਨਹੀਂ ਹੈ। ਕਿਤੇ ਨਾ ਕਿਤੇ ਜਿਹੜਾ ਪੜ੍ਹਿਆ ਲਿਖਿਆ ਵਰਗ ਜਾਂ ਮੰਨ ਲਈਏ ਵਕੀਲ ਆ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਵੀ ਸਰਕਾਰ ਜਿਹੜੀ ਹੈਗੀ ਆ ਲੋਕਤੰਤਰ ਦਾ ਘਾਣ ਕਰ ਰਹੀ ਆ, ਮਨੁੱਖੀ ਅਧਿਕਾਰਾਂ ਦੀ ਜਿਹੜੀ ਹੈਗੀ ਆ ਇਹ ਉਲੰਘਣਾ ਹੋ ਰਹੀ ਆ। ਜਿਸ ਤਰ੍ਹਾਂ ਸੜਕਾਂ ਦੇ ਉੱਤੇ ਕਿਸਾਨਾਂ ਨੂੰ ਰੋਲਿਆ ਜਾ ਰਿਹਾ ਹੈ, ਆਤਮ ਹੱਤਿਆਵਾਂ ਵੀ ਹੋ ਰਹੀਆਂ ਹੈ, ਕਈ ਸੁਸਾਈਡ ਵੀ ਹੋ ਰਹੇ ਆ ਲਗਾਤਾਰ। ਅਤੇ ਇਸ ਨੂੰ ਲੈ ਕੇ ਅੱਜ ਸਾਡੇ ਨਾਲ ਮੌਜੂਦ ਨੇ ਸੀਨੀਅਰ ਵਕੀਲ ਮਹਿੰਦਰ ਸਿੰਘ ਜੀ, ਜੋ ਮਨੁੱਖੀ ਅਧਿਕਾਰਾਂ ਦੇ ਉੱਤੇ ਕਾਫੀ ਸਟੱਡੀ ਕਰ ਚੁੱਕੇ ਨੇ। ਗੱਲ ਕਰਦੇ ਇਹਨਾਂ ਦੇ ਨਾਲ ਕਿ ਇਹਨਾਂ ਕਾਨੂੰਨਾਂ ਨੂੰ ਉਹ ਕਿਸ ਤਰ੍ਹਾਂ ਦੇਖਦੇ ਆ ਕਿ ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਜੋ ਉਲੰਘਣਾ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ। ਬਹੁਤ ਬਹੁਤ ਸਵਾਗਤ ਸਰ ਤੁਹਾਡਾ ਪੰਜਾਬੀ ਲੋਕ ਚੈਨਲ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਲਗਾਤਾਰ ਕਿਸਾਨ ਜਿਹੜੇ ਹੈਗੇ ਆ ਸੰਘਰਸ਼ ਕਰ ਰਹੇ, ਸਰਕਾਰ ਕਹਿੰਦੀ ਕਿਸਾਨਾਂ ਦੇ ਫਾਇਦੇ ਦਾ ਕਾਨੂੰਨ ਆ, ਪਰੰਤੂ ਦੇਸ਼ ਭਰ ਦੇ ਕਿਸਾਨ ਅੱਜ ਸੜਕਾਂ ਦੇ ਉੱਤੇ ਆ। ਇੱਕ ਪਾਸੇ ਕਿਹਾ ਜਾ ਰਿਹਾ ਲੋਕਤੰਤਰ ਦੇਸ਼ ਆ, ਲੋਕਾਂ ਦਾ ਜਿਹੜਾ ਹੈਗਾ ਇੱਕ ਜਿਹੜਾ ਰਾਜ ਚੱਲਦਾ ਇੱਥੇ, ਪਰੰਤੂ ਦੂਜੇ ਪਾਸੇ ਲੋਕ ਜਿਹੜੇ ਹੈਗੇ ਆ ਆਪਣੇ ਹੱਕਾਂ ਦੇ ਲਈ ਸੜਕਾਂ 'ਤੇ ਰੁਲ ਰਹੇ ਨੇ। ਦੇਖੋ ਜੀ, ਮਨੁੱਖੀ ਅਧਿਕਾਰਾਂ ਦੇ ਵਿੱਚ
2018 ਵਿੱਚ ਪਿਓਰ ਕਿਸਾਨਾਂ ਤੇ ਹੀ ਕਾਨੂੰਨ ਪਾਸ ਹੋਏ ਹੋਏ ਆ। ਜਨਰਲ ਅਸੈਂਬਲੀ ਜਿਹੜੀ UN ਹੁੰਦੀ ਆ, ਪਹਿਲਾਂ ਜਿਹੜੇ 348 ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਪਹਿਲਾ ਜਿਹੜਾ ਲਿਖਤੀ ਰੂਪ ਆਇਆ ਤਾਂ ਉਹਦੇ 70 ਸਾਲ ਬਾਅਦ ਇਹ ਬਿਲਕੁਲ ਕਿਸਾਨਾਂ ਦੇ ਹੀ ਆ। ਉਹ ਜਿਹੜੀਆਂ 28 ਉਹਦੀਆਂ ਆਰਟੀਕਲ ਆ, ਆਰਟੀਕਲ 2 ਦੇ ਵਿੱਚ ਬਿਲਕੁਲ ਜੇ ਕੋਈ ਵੀ ਕਾਨੂੰਨ ਬਣਾਉਣਾ ਹੈਗਾ ਕਿਸਾਨਾਂ ਦੇ ਭਲੇ ਲਈ ਤਾਂ ਉਹ ਕਿਸਾਨਾਂ ਨੂੰ ਪੁੱਛ ਕੇ ਹੀ ਬਣਾਉਣਾ ਹੈ। ਹੁਣ ਜਿਹੜੇ ਸਾਡੀ ਸਰਕਾਰ ਨੇ ਇਹ ਕਾਨੂੰਨ ਬਣਾਏ ਆ, ਇਹ ਕਿਸਾਨਾਂ ਨੂੰ ਪੁੱਛ ਕੇ ਨਹੀਂ ਬਣਾਏ ਹੈਗੇ। ਇਹ RTI ਰਾਹੀਂ ਵੀ ਇਹ ਜ਼ਾਹਰ ਹੋ ਚੁੱਕਾ ਹੈ ਵੀ ਉਹਨਾਂ ਨੇ ਨਹੀਂ ਪੁੱਛਿਆ। ਜੇ ਉਹਨਾਂ ਨੇ ਪੁੱਛਿਆ ਹੈ ਤਾਂ ਕੁਛ ਜਿਸ ਤਰ੍ਹਾਂ ਹੁਣ ਇਹ ਨਕਲੀ ਜਥੇਬੰਦੀਆਂ ਨੂੰ ਲਿਆ ਕੇ ਇਹਨਾਂ ਨੇ ਅੱਗੇ ਕਰ ਦਿੱਤਾ, ਉਸ ਤਰ੍ਹਾਂ ਹੀ ਮਤਲਬ ਉਹ ਕਰਕੇ ਇਹਨਾਂ ਨੇ ਕਾਨੂੰਨ ਬਣਾਏ ਆ। ਫਿਰ ਦੂਸਰਾ, ਜਦੋਂ ਕਾਨੂੰਨ ਬਣਾਏ ਜਾਂਦੇ ਆ, ਲੋਕ ਸਭਾ ਵਿੱਚ ਮੈਜੋਰਟੀ ਆ, ਉੱਥੇ ਪਾਸ ਹੋ ਗਿਆ। ਜਦੋਂ ਰਾਜ ਸਭਾ ਦੇ ਵਿੱਚ ਉੱਥੇ ਬਹਿਸ ਹੋਣੀ ਚਾਹੀਦੀ ਸੀ, ਬਹਿਸ ਹੋਣੇ ਨਹੀਂ ਦਿੱਤੀ, ਵੋਟਿੰਗ ਨਹੀਂ ਹੋਈ। ਫਿਰ ਇਹ ਉਸ ਟਾਈਮ ਲੋਕਤੰਤਰ ਦਾ ਸਾਰਿਆਂ ਨਾਲੋਂ ਵੱਡਾ ਘਾਣ ਹੋਇਆ। ਦੂਸਰਾ ਇਹ ਵੀ ਆ ਬਈ ਖੇਤੀਬਾੜੀ ਤੇ ਆਰਟੀਕਲ 48 ਦੇ ਵਿੱਚ ਖੇਤੀਬਾੜੀ ਆਉਂਦੀ ਆ ਵੀ ਇਹ ਰਾਜਾਂ ਦਾ ਵਿਸ਼ਾ ਹੈ, ਇਹਦੇ ਉੱਤੇ ਕਾਨੂੰਨ ਬਣ ਹੀ ਨਹੀਂ ਸਕਦਾ ਹੈਗਾ। ਇਹ ਜਿਹੜਾ ਹੈਗਾ ਉਹ ਫਿਰ ਜਾਂ ਕਾਨੂੰਨ ਬਣ ਹੀ ਨਹੀਂ ਸਕਦਾ ਹੈਗਾ। ਹੁਣ ਇਹ ਜਿਹੜਾ ਸੰਘੀ ਢਾਂਚਾ ਹੈ, ਇਹਦੇ ਉੱਤੇ ਬਹੁਤ ਵੱਡਾ ਹਮਲਾ ਹੈ। ਪਹਿਲਾਂ ਵੀ ਹਮਲੇ ਹੋਏ ਆ, ਜਿਸ ਤਰ੍ਹਾਂ ਸਿਹਤ ਔਰ ਐਜੂਕੇਸ਼ਨ ਦੇ ਵਿੱਚ ਵੀ ਇਹਨਾਂ ਨੇ, ਇਹ ਸੈਂਟਰ ਸਰਕਾਰ ਨੇ ਪੂਰਾ ਦਖਲ ਦਿੱਤਾ ਹੈ ਔਰ ਪ੍ਰਾਈਵੇਟੇਸ਼ਨ ਵੱਲ ਨੂੰ ਸੈਂਟਰ ਸਰਕਾਰ ਪੂਰਾ ਵੱਧ ਗਈ ਆ। ਕੋਈ ਵੀ ਸ਼ਾਇਦ ਡਿਪਾਰਟਮੈਂਟ ਨਹੀਂ ਜਿਹੜਾ ਇੱਥੇ ਹੈਗਾ ਹੁਣ ਵੀ ਇਹਨਾਂ ਨੇ ਜਿਹਦਾ ਪ੍ਰਾਈਵੇਟੇਸ਼ਨ ਨਹੀਂ ਹੋਇਆ। ਰੇਲਾਂ ਤੱਕ ਹੋ ਗਿਆ ਪ੍ਰਾਈਵੇਟੇਸ਼ਨ। ਅੱਗੇ ਫਿਰ ਜਿਹੜੇ ਕਾਰਪੋਰੇਟ ਆ, ਵੱਡੇ ਕਾਰਪੋਰੇਟ ਆ, ਜਦੋਂ ਵੱਡੀਆਂ ਇਹ ਕਾਰਪੋਰੇਟ ਘਰਾਣੇ ਇਹ ਆ ਜਾਣਗੇ, ਇਹ ਤਾਂ ਇੱਕ ਕਿਸਮ ਦਾ ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਆਈ ਸੀ, ਫਿਰ ਮੁਲਕ ਦਾ ਹਾਲ ਤਾਂ ਮਾੜਾ ਹੀ ਹੋਣਾ ਹੈਗਾ। ਐਡਵੋਕੇਟ ਸਾਹਿਬ, ਤੁਹਾਡੇ ਦੋ ਜਿਹੜੇ ਹੈਗੇ ਮੇਨ ਪੁਆਇੰਟਾਂ 'ਤੇ ਮੈਂ ਗੱਲ ਕਰਨਾ ਚਾਹੁੰਦਾ। ਤੁਸੀਂ ਕਿਹਾ ਕਿ ਜਿਹੜਾ ਹੈਗਾ ਦੇਸ਼ ਦਾ ਕਾਨੂੰਨ ਜਿਹੜਾ ਕਹਿੰਦਾ ਕਿ ਜਿਹੜੇ ਕਿਸਾਨਾਂ ਵਾਸਤੇ ਸਰਕਾਰ ਨੇ ਕਾਨੂੰਨ ਬਣਾਏ ਆ, ਲਿਆਂਦੇ ਆ, ਉਹਨਾਂ ਦੀ ਸਹਿਮਤੀ ਤੋਂ ਬਿਨਾਂ ਕਾਨੂੰਨ ਲਾਗੂ ਨਹੀਂ ਕੀਤੇ ਜਾ ਸਕਦੇ। ਇੱਕ ਦੂਸਰਾ, ਜਿਹੜਾ ਐਗਰੀਕਲਚਰ ਜਿਹੜਾ ਹੈਗਾ ਕਾਨੂੰਨ ਬਣਾਉਣਾ ਕੁਝ ਵੀ ਹੈ, ਸਟੇਟ ਦਾ ਜਿਹੜਾ ਹੈਗਾ ਵਿਸ਼ਾ ਹੈਗਾ, ਕੇਂਦਰ ਸਰਕਾਰ ਨਹੀਂ ਬਣਾ ਸਕਦੀ। ਫਿਰ ਕਿਵੇਂ ਦੇਖੀਏ ਇਸ ਨੂੰ ਵੀ ਸਿੱਧਾ ਜਿਹੜਾ ਹੈਗਾ ਕਿਸਾਨਾਂ ਤੇ ਸੂਬਾ ਜਿਹੜੀ ਹੈਗੀ ਸਰਕਾਰਾਂ ਉਹਨਾਂ ਦੇ ਨਾਲ ਧੱਕਾ, ਇਹ ਲੋਕਤੰਤਰ ਦਾ ਜਿਹੜਾ ਖੂਨ ਕੀਤਾ ਗਿਆ। ਇਹ ਲੋਕਤੰਤਰ ਦਾ ਸ਼ਰੇਆਮੀ ਖੂਨ ਹੈਗਾ, ਕਿਉਂਕਿ ਜਿਹੜਾ ਇਹ ਸੰਘੀ ਢਾਂਚਾ ਹੈ, ਜਿਹੜਾ ਸਟੇਟ ਨੇ ਕਾਨੂੰਨ ਬਣਾਉਣਾ ਹੈਗਾ ਤਾਂ ਸੈਂਟਰ ਬਣਾ ਹੀ ਨਹੀਂ ਸਕਦਾ ਪਰ ਕਿਉਂਕਿ ਮੈਜੋਰਟੀ ਆ, ਹੁਣ ਇਹਨਾਂ ਕੋਲ 300 ਤੋਂ ਉੱਪਰ ਸੀਟਾਂ, ਕਮਾਂਡ ਵੀ ਹੈਗਾ। ਉਹ ਫਿਰ ਦੂਸਰੀ ਗੱਲ ਇਹ ਆ ਵੀ ਕਾਨੂੰਨ ਕਿਸਾਨਾਂ ਨੇ ਪਹਿਲੀਆਂ 2 ਮੀਟਿੰਗਾਂ ਵਿੱਚ ਕਾਨੂੰਨ ਤਾਂ ਬਿਲਕੁਲ ਦੱਸ ਦਿੱਤਾ ਵੀ ਤੁਹਾਡੇ ਕਾਨੂੰਨ ਬਿਲਕੁਲ ਗਲਤ ਆ। ਕਿੰਨੀਆਂ ਕਾਨੂੰਨਾਂ ਵਿੱਚ ਗਲਤੀਆਂ ਕੱਢੀਆਂ, ਇੱਕ ਕਾਨੂੰਨ ਵਿੱਚ 17 ਗਲਤੀਆਂ ਕੱਢੀਆਂ, ਦੂਸਰੇ 'ਚ 12 ਕੱਢੀਆਂ, ਤੀਸਰੇ 'ਚ 9 ਕੱਢੀਆਂ। ਈਵਨ ਹੋਮ ਮਿਨਿਸਟਰ ਜਿਹੜੇ ਅਮਿਤ ਸ਼ਾਹ ਜੀ, ਉਹ ਵੀ ਮੰਨ ਚੁੱਕੇ ਆ ਵੀ ਸਾਡੇ ਕਾਨੂੰਨ ਜਿਹੜੇ ਹੈਗੇ ਆ ਬਹੁਤ ਹੱਦ ਤੱਕ ਗਲਤ ਹੈਗੇ ਆ। ਜਦ ਗਲਤ ਹੈਗੇ ਆ ਫਿਰ ਕਾਨੂੰਨਾਂ ਨੂੰ ਤਾਂ ਰੱਖਣੇ ਦਾ ਕੋਈ ਫਾਇਦਾ ਨਹੀਂ, ਰਿਪੀਲ ਕਰਨੇ ਚਾਹੀਦੇ ਆ। ਪਰ ਸਰਕਾਰ ਇਹਨਾਂ ਨੂੰ ਤਦ ਰੱਖਣਾ ਚਾਹੁੰਦੀ ਆ ਸਭ ਕੁਝ ਚੇਂਜ ਕਰਕੇ ਵੀ, ਬਈ ਇਹ ਇੱਕ ਪ੍ਰੈਸੀਡੈਂਟ ਬਣ ਜਾਵੇ ਤਾਂ ਕਿ ਸਟੇਟ ਦੇ ਮਾਮਲੇ ਵਿੱਚ ਦਖਲ ਦਿੱਤਾ ਜਾਵੇ। ਫਿਰ ਜੇ ਇਹ ਕਾਨੂੰਨ ਬਿਲਕੁਲ ਰਹਿ ਗਏ, ਉਹਨਾਂ ਦਾ ਢਾਂਚਾ ਰਹਿ ਗਿਆ, ਤਾਂ ਉਹ ਫਿਰ ਕਿਸੇ ਵੀ ਟਾਈਮ ਦੁਬਾਰਾ ਕਰਕੇ ਅਮੈਂਡ ਕਰਕੇ ਸਰਕਾਰ ਆਪਣੇ ਹੱਕ ਵਿੱਚ ਇਹ ਕਰ ਸਕਦੀ ਆ। ਐਡਵੋਕੇਟ ਸਾਹਿਬ, ਜਿਵੇਂ ਜੇ ਸੂਬਾ ਸਰਕਾਰ ਆ ਜਿਹੜੀ ਹੈਗੀ ਹੈ ਧੱਕਾ ਕਰੇ ਮਤਲਬ ਕਿਸਾਨਾਂ ਦੇ ਨਾਲ, ਕਿਸੇ ਵੀ ਵਰਗ ਦੇ ਨਾਲ, ਤਾਂ ਲੋਕ ਕੇਂਦਰ ਦੇ ਕੋਲ ਜਾਂਦੇ ਵੀ ਸਾਡੇ ਨਾਲ ਧੱਕਾ ਹੋ ਰਿਹਾ। ਤੇ ਹੁਣ ਜੇ ਕੇਂਦਰ ਸਰਕਾਰ ਧੱਕਾ ਕਰ ਰਹੀ ਆ ਤੇ ਹੁਣ ਕਿਸਾਨ ਕਿਸ ਦੇ ਕੋਲ ਇਨਸਾਫ ਲੈਣ ਜਾਣ? ਕਿੱਥੋਂ ਮਿਲੂਗਾ ਇਨਸਾਫ? ਕਿੱਥੋਂ ਇਹ ਜਿਹੜੇ ਹੈਗੇ ਕਾਨੂੰਨ ਰੱਦ ਕਰਵਾਉਣ ਜਾ ਕੇ? ਦੇਖੋ, ਆਰਟੀਕਲ 19 ਦੇ ਵਿੱਚ ਜਿਹੜੀਆਂ ਆਜ਼ਾਦੀਆਂ ਦੀ ਗੱਲ ਆ, ਪ੍ਰੋਟੈਸਟ ਕਰਨ ਦੀ ਗੱਲ, ਕਿਸਾਨ ਗਏ ਅੱਗੇ, ਰੋਕਾਂ ਹਰਿਆਣਾ ਸਰਕਾਰ ਨੇ ਬਹੁਤ ਪਾਈਆਂ, ਕਿਸਾਨ ਤੋੜ ਕੇ ਅੱਗੇ ਲੰਘ ਗਏ। ਸਾਰਿਆਂ ਨਾਲੋਂ ਵੱਡੀ ਉਸ ਟਾਈਮ ਇਹ ਵੀ ਗੱਲ ਹੋਈ,
ਹਰਿਆਣਾ ਨੇ ਪੂਰਾ ਸਾਥ ਦਿੱਤਾ। ਹਰਿਆਣਾ ਨੇ ਪੂਰਾ ਸਾਥ ਦਿੱਤਾ। ਇਹ ਇੱਕ ਬਹੁਤ ਵੱਡੀ ਪ੍ਰਾਪਤੀ ਆ। ਸਾਡਾ ਜਿਹੜਾ ਸਹਿਯੋਗ ਹਰਿਆਣਾ ਦਾ ਹੋਇਆ ਹੈਗਾ, ਮਤਲਬ ਉਸ ਟਾਈਮ ਜਦੋਂ ਖੱਟੜ ਸਰਕਾਰ ਰੋਕ ਰਹੀ ਸੀ ਤਾਂ ਇਹ ਸੀ ਬਈ ਕਿਸੇ ਪਾਸੇ ਨੂੰ ਵੀ ਜਿਹੜੀ ਇਹ ਚੀਜ਼ ਜਾ ਸਕਦੀ ਆ, ਵਾਇਲੈਂਸ ਵੱਲ ਨੂੰ ਵੱਧ ਸਕਦੀ ਆ। ਹੁਣ ਤੁਸੀਂ ਗੱਲ ਕਰੀ ਵੀ ਇਨਸਾਫ, ਸਾਰਿਆਂ ਨਾਲੋਂ ਵੱਡਾ ਤਾਂ ਫਿਰ ਉੱਪਰ ਇਨਸਾਫ ਦਾ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਦੀ ਉਹ ਗੱਲ ਹੈਗੀ ਆ। ਹੁਣ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਜਾ ਚੁੱਕਾ ਹੈ, ਪਰ ਕਿਸਾਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਵਿਸ਼ਵਾਸ ਨਹੀਂ। ਇਹਦਾ ਕਾਰਨ ਆ 1984 ਦੇ ਵਿੱਚ ਦੇ ਦੇਖਿਆ ਜਾਏ ਸੁਪਰੀਮ ਕੋਰਟ ਤੇ ਜੱਜਾਂ ਦੇ ਸਾਹਮਣੇ ਜਿਹੜੇ ਹੈਗਾ ਸੀ ਕਤਲੇਆਮ ਹੋਇਆ ਸੀ ਜਾਂ ਜੈਨੋਸਾਈਡ ਜਿਹੜੇ ਕਹਿੰਦੇ ਆ ਉਹ ਹੋਇਆ ਸੀ, ਤਾਂ ਕਿਸੇ ਨੇ ਵੀ ਸੂ ਮੋਟਿਵ ਲਿਆ ਨਹੀਂ ਸੀ। ਸੁਪਰੀਮ ਕੋਰਟ ਉਸੇ ਟਾਈਮ ਦੇਖਿਆ ਜਾਏ ਮਤਲਬ ਕਿ ਆ ਸਿਆਸੀ ਦਬਾਅ ਹੇਠਾਂ ਆ ਗਿਆ ਸੀ। ਹੁਣ ਜਿਹੜਾ ਪਿੱਛੇ ਦੇਖਿਆ ਸੁਪਰੀਮ ਕੋਰਟ ਦਾ ਬਈ ਜਿਹੜੇ ਕੁਝ ਫੈਸਲੇ ਦਿੱਤੇ ਗਏ, ਉਹ ਫੈਸਲੇ ਵੀ ਇਸ ਤਰ੍ਹਾਂ ਲੱਗਦਾ ਵੀ ਸੁਪਰੀਮ ਕੋਰਟ ਨੇ ਡਰ ਕੇ ਹੀ ਦਿੱਤੇ ਆ। ਜਿਸ ਤਰ੍ਹਾਂ ਚਲੋ ਮੰਦਰ ਦਾ ਸੀ, ਮੰਦਰ ਦਾ ਜੋ ਹੱਲ ਹੋਇਆ ਉਹ ਸਾਰਿਆਂ ਨੂੰ ਚੰਗਾ ਲੱਗਿਆ, ਠੀਕ ਹੋਇਆ, ਪਰ ਜਿਹੜੇ ਉਹ ਲੀਡਰਾਂ ਦੇ ਖਿਲਾਫ ਸੀ ਸੁਪਰੀਮ ਕੋਰਟ ਨੇ, ਜਿਹੜੇ 8 ਲੀਡਰ ਸੀ ਬੀਜੇਪੀ ਦੇ, ਤਾਂ ਉਹਨਾਂ ਦੇ ਖਿਲਾਫ ਸੁਪਰੀਮ ਕੋਰਟ ਨੇ ਉਹਨਾਂ ਨੂੰ ਬਿਲਕੁਲ ਬਰੀ ਕਰ ਦਿੱਤਾ। ਜਿਸ ਤਰ੍ਹਾਂ ਲੱਗਦਾ ਵੀ ਦਬਾਅ ਦੇ ਹੇਠਾਂ ਆਇਆ ਹੋਇਆ। ਚਲੋ ਹੋਰ ਵੀ ਆ। ਫਿਰ ਇੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ 4 ਮਹੀਨੇ ਬਾਅਦ ਇਹ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਜਾਏ ਤਾਂ ਉਹਦੇ ਵਿੱਚ ਕੁਛ ਚੀਜ਼ ਦਿਖਾਈ ਦਿੰਦੀ ਹੁੰਦਾ ਹੈਗਾ ਵੀ ਜਿਹੜੇ ਸੁਪਰੀਮ ਕੋਰਟ ਦਾ। ਹੁਣ ਇਹ ਆ ਸੁਪਰੀਮ ਕੋਰਟ ਦੇ ਜਦੋਂ ਹੀਅਰਿੰਗ ਹੋਈ, ਬੇਸ਼ੱਕ ਸੁਪਰੀਮ ਕੋਰਟ ਨੇ ਪ੍ਰੋਟੈਸਟ ਨੂੰ ਸਹੀ ਮੰਨ ਲਿਆ, ਉਹ ਸੈਂਟਰ ਗੌਰਮੈਂਟ ਨਾਲ ਜਿਹੜੀ ਹੈਗੀ ਆ ਐਗਰੀ ਨਹੀਂ ਹੋਈ ਵੀ ਇਹਨਾਂ ਨੇ ਰਸਤਾ ਰੋਕੇ ਹੋਇਆ, ਪਰ ਸੁਪਰੀਮ ਕੋਰਟ ਨੂੰ ਇਹ ਛੁੱਟੀਆਂ ਵਿੱਚ ਵੀ ਇਹਦੀ ਹੀਅਰਿੰਗ ਕਰਨੀ ਚਾਹੀਦੀ ਸੀ। ਜਿਸ ਤਰ੍ਹਾਂ ਹੁਣ ਇੰਨੇ ਦਿਨ ਦੀ ਉਹ ਛੁੱਟੀਆਂ ਵਿੱਚ ਖੁੱਲ੍ਹ ਮਿਲ ਗਈ, ਬਾਈ ਚਾਂਸ ਇਹ ਕਿਸੇ ਕਾਰਨ ਕਰਕੇ ਕੋਈ ਬੈਲੈਂਸ ਹੋਏ ਤਾਂ ਕਿ ਵੀ ਉਹ ਫਿਰ ਕਿਸਾਨਾਂ 'ਤੇ ਹੀ ਮੜ ਦਿੱਤੀ ਜਾਏ। ਮਨੁੱਖੀ ਅਧਿਕਾਰਾਂ ਨੂੰ ਦੇਖਦੇ ਹੋਏ ਇਹਨੂੰ ਤੁਰੰਤ ਜਿਹੜੀ ਸੁਣਵਾਈ ਹੋਣੀ ਚਾਹੀਦੀ। ਹਜ਼ਾਰਾਂ ਲੱਖਾਂ ਲੋਕ ਜਿਹੜੇ ਸੜਕਾਂ ਦੇ ਉੱਤੇ ਬੈਠੇ ਆ, ਇਹਨੂੰ ਜਿਹੜਾ ਐਮਰਜੈਂਸੀ ਦੇ ਵਿੱਚ ਲਿਆ ਜਾਣਾ ਚਾਹੀਦਾ। ਹਾਂ, ਇਹ ਬਿਲਕੁਲ ਇਹ ਐਮਰਜੈਂਸੀ ਦੇ ਵਿੱਚ ਹੀ ਇਹ ਲਿਆ ਜਾਣਾ ਚਾਹੀਦਾ ਮੇਰੇ ਮੁਤਾਬਕ। ਤਾਂ ਉਸੇ ਟਾਈਮ ਸੁਪਰੀਮ ਕੋਰਟ ਨੂੰ ਜਿਹੜਾ ਹੈਗਾ ਸੀ ਇਹਦੀ ਸਟੂ ਵਗੈਰਾ ਲਾ ਦੇਣੀ ਚਾਹੀਦੀ ਸੀ, ਕਿਉਂਕਿ ਜਦੋਂ ਉਹ ਸੈਂਟਰ ਗਵਰਨਮੈਂਟ ਦੇ ਵਕੀਲ ਨੂੰ ਪੁੱਛ ਰਿਹਾ ਵੀ ਕਿਆ ਜੇ ਤੁਸੀਂ ਇਹਨਾਂ ਨੂੰ ਰੋਕ ਸਕਦੇ ਆ, ਉਹ ਕਹਿੰਦਾ ਹੈਗੇ ਵੀ ਮੈਂ ਪੁੱਛ ਕੇ ਦੱਸਾਂਗਾ ਸੈਂਟਰ ਗਵਰਨਮੈਂਟ ਨੂੰ। ਇਹਦਾ ਮਤਲਬ ਆ ਸੁਪਰੀਮ ਕੋਰਟ ਉਸ ਟਾਈਮ ਕਰ ਸਕਦੀ ਸੀ, ਕਿਉਂਕਿ ਇਹ ਨਹੀਂ ਦੇਖਣਾ ਲੱਖਾਂ ਬੰਦੇ ਹੈਗੇ ਆ ਵੀ ਵਾਇਲੈਂਸ ਕਿਸੇ ਟਾਈਮ ਦਾ ਵੀ ਹੋ ਸਕਦੀ ਹੈ। ਚਾਹੇ ਸਰਕਾਰ ਨੇ ਵੀ ਤਾਂ ਪੂਰਾ ਜ਼ੋਰ ਲਾਇਆ, ਸਰਕਾਰ ਦੀਆਂ ਏਜੰਸੀਆਂ ਨੇ ਵੀ ਪੂਰਾ ਜ਼ੋਰ ਲਾਇਆ। ਦੂਸਰਾ ਸੈਂਟਰ ਸਰਕਾਰ ਦੀ ਵੀ ਨੀਤ ਸਾਫ਼ ਨਹੀਂ। ਇਹਨਾਂ ਨੇ SYL ਦਾ ਮੁੱਦਾ ਵੀ ਖੜਾ ਕਰ ਦਿੱਤਾ ਸੀ, ਪਰ ਉਹ ਸਿਆਸਤਦਾਨ ਸਮਝ ਗਏ ਹੈਗੇ ਆ, ਕਿਸਾਨ ਸਮਝ ਗਏ ਆ। ਉਹਨਾਂ ਨੇ ਇਹੀ ਕਹਿ ਦਿੱਤਾ ਵੀ ਨਹੀਂ, ਸਾਰਿਆਂ ਨਾਲੋਂ ਪਹਿਲਾਂ ਤਾਂ ਜ਼ਮੀਨ ਬਚਾਉਣੀ ਆ, ਪਾਣੀਆਂ ਦਾ ਮਸਲਾ ਬਾਅਦ ਵਿੱਚ ਆ, ਸਾਡਾ ਭਰਾ ਆ, ਅਸੀਂ ਆਪੇ ਹੱਲ ਕਰ ਲਾਂਗੇ। ਇਸ ਲਈ ਜਿਹੜਾ ਹੁਣ ਵੀ ਜਿਹੜੀ ਕੱਲ੍ਹ ਵੀ ਜੋ ਕੁਛ ਹੋਇਆ ਹੈ, ਜਿਹੜਾ ਕਹਿੰਦੇ ਆ ਵੀ 4 ਵਿੱਚੋਂ 2 ਮੰਗਾਂ ਮੰਨ ਲਈਆਂ, ਜਿਹੜੀਆਂ 2 ਮੰਗਾਂ ਅਸਲੀ ਤਾਂ 2 ਅਹਿਮ ਮੰਗਾਂ ਰਹਿੰਦੀਆਂ, ਜਿਹੜੀਆਂ 2 ਅਹਿਮ ਰਹਿੰਦੀਆਂ ਹੈਗੀਆਂ। ਜਿਹੜੇ ਮੁੱਦਿਆਂ ਨੂੰ ਲੈ ਕੇ ਧਰਨਾ ਚੱਲ ਰਿਹਾ ਉਹਦੇ ਤੇ ਤਾਂ ਕੋਈ ਗੱਲਬਾਤ ਨਹੀਂ ਜਿਹੜੇ ਹੈਗੇ ਉਹ ਤੇ ਹਾਂ, ਉਹ ਜਿਹੜੀਆਂ ਹੁਣ ਉਹ ਅਹਿਮ ਮੰਗਾਂ ਰਹਿੰਦੀਆਂ ਹੈ, ਇਹਦਾ ਜਿਹੜਾ 4 ਤਰੀਕ ਜਿਹੜੀ ਰੱਖੀ ਹੈ, 4 ਦਿਨ ਕਿਉਂ ਪਾਏ, ਗੈਪ ਕਿਉਂ ਪਾਇਆ? ਇੰਨਾ ਗੈਪ ਇਹ ਵੀ ਆ ਵੀ 4 ਤਰੀਕ ਨੂੰ ਸੁਪਰੀਮ ਕੋਰਟ ਦੀ ਹੀਅਰਿੰਗ ਵੀ ਆ। ਹੋ ਸਕਦਾ ਹੈਗਾ ਵੀ ਜੇ ਉਹਨਾਂ ਨੂੰ ਹੋ ਜੇ। ਹੁਣ ਸੈਂਟਰ ਗਵਰਨਮੈਂਟ ਇਹ ਚਾਹੁੰਦੀ ਆ, ਸੈਂਟਰ ਗਵਰਨਮੈਂਟ ਨੂੰ ਇਹ ਪਤਾ ਲੱਗ ਗਿਆ ਕਾਨੂੰਨ ਗਲਤ ਆ, ਮੰਨ ਗਏ, ਪਰ ਹੁਣ ਉਹ ਆਪਣੇ ਆਪ ਥੋੜ੍ਹਾ ਜਿਹਾ ਹੈ ਬਈ ਅਸੀਂ ਆਪਣੇ ਆਪ ਰਿਪੀਲ ਨਾ ਕਰੀਏ, ਸੁਪਰੀਮ ਕੋਰਟ ਦੀ ਸ਼ੈਲਟਰ ਲੈਣੀ ਚਾਹੁੰਦੀ ਆ। ਹੁਣ ਇਹ ਸੁਪਰੀਮ ਕੋਰਟ ਦੇਖਿਆ ਜਾਏਗਾ ਵੀ ਇਹ ਕਿੱਧਰ ਨੂੰ ਜਾਂਦਾ ਹੈ। ਜਿਹੜਾ ਹੈਗਾ ਸੁਪਰੀਮ ਕੋਰਟ ਜਿਹੜੀ ਹੈ ਬਈ ਇਹ ਹੁਣ ਸੁਪਰੀਮ ਕੋਰਟ ਮਤਲਬ ਮੈਨੂੰ ਤਾਂ ਪੂਰੀ ਆਸ ਆ ਵੀ ਇਹ ਸੁਪਰੀਮ ਕੋਰਟ ਹੀ ਫੈਸਲਾ ਕਰੇਗੀ। ਦੋਹਾਂ ਵਿੱਚੋਂ ਇੱਕ ਇਹ ਆ MSP ਸ਼ਾਇਦ ਸੈਂਟਰ ਕਰ ਦੇਵੇ 4 ਤਰੀਕ ਨੂੰ, ਹੋ ਸਕਦਾ ਹੈ, ਪਰ ਪੂਰਾ ਦੋਹੇ ਮੰਗਾਂ ਉਸ ਦਿਨ ਕੋਈ ਫੈਸਲਾ ਨਹੀਂ ਹੋਏਗਾ 4 ਤਰੀਕ।
ਐਡਵੋਕੇਟ ਸਾਹਿਬ ਕਾਨੂੰਨੀ ਜਿਹੜੇ ਹੈਗੇ ਮਾਹਰ ਉਹਨਾਂ ਦਾ ਕਹਿਣਾ ਕਿ ਆਰਡੀਨੈਂਸ ਜਿਹੜੇ ਹੈਗੇ ਆ ਹਮੇਸ਼ਾ ਐਮਰਜੈਂਸੀ ਦੇ ਵਿੱਚ ਲਿਆਂਦੇ ਜਾਂਦੇ ਆ ਵੀ ਇਹ ਕੇਂਦਰ ਸਰਕਾਰ ਨੂੰ ਕਰੋਨਾ ਦੇ ਦੌਰਾਨ ਇੱਦਾਂ ਦੀ ਕਿਹੜੀ ਐਮਰਜੈਂਸੀ ਸੀ ਜਿਹੜੇ ਆਰਡੀਨੈਂਸ ਲਿਆਂਦੇ ਗਏ ਆ ਵੀ ਇਹ ਆਰਡੀਨੈਂਸ ਹੀ ਗਲਤ ਜਿਹੜੇ ਹੈਗੇ ਆ ਲਿਆਂਦੇ ਗਏ। ਉਹ ਇਸ ਤਰ੍ਹਾਂ ਹੈ, ਇਹ ਤੁਹਾਡੀ ਗੱਲ ਬਿਲਕੁਲ ਠੀਕ ਆ। ਆਰਡੀਨੈਂਸ ਤਾਂ ਐਮਰਜੈਂਸੀ ਟਾਈਮ ਲਿਆਉਣੇ ਤਾਂ ਇਹਨਾਂ ਦੀ ਕੋਈ ਲੋੜ ਨਹੀਂ ਸੀ। ਸੈਂਟਰ ਗਵਰਨਮੈਂਟ ਨੇ ਇਹ ਦੇਖਿਆ ਕਿਉਂਕਿ ਮੈਜੋਰਟੀ ਬਹੁਤ ਆ, ਘਮੰਡ ਬਹੁਤ ਆ ਬਈ 300 ਤੇ ਜਦੋਂ ਉੱਪਰ ਸੀਟਾਂ ਹੈਗੀਆਂ ਬਈ 370 ਆਰਟੀਕਲ ਦਾ ਜਿਹੜਾ ਵਿਰੋਧ ਹੋਇਆ ਜਾਂ ਜਿਹੜੇ ਦੂਸਰੇ ਹੋਰ ਵੀ ਇੱਕ ਦੋ ਜਿਹੜੇ ਵਿਰੋਧ ਹੋਏ ਸ਼ਾਹੀਨ ਬਾਗ ਵਿੱਚ ਹੋਇਆ, ਉਹ ਜਿਹੜੇ ਹੈਗੇ ਆ ਇਹਨਾਂ ਨੇ ਦਬਾ ਲਏ। ਮਤਲਬ ਉਹ ਇਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਕਿ ਜਿਹੜਾ ਇਹ ਸੰਘਰਸ਼ ਆ ਇਹ ਹੋਇਆ। ਸੈਂਟਰ ਗਵਰਨਮੈਂਟ ਨੂੰ ਇਹ ਆਸੇ ਨਹੀਂ ਸੀ, ਸੈਂਟਰ ਗਵਰਨਮੈਂਟ ਨੂੰ ਬਿਲਕੁਲ ਆਸੇ ਨਹੀਂ ਸੀ। ਉਹ ਤਾਂ ਕਹਿੰਦੇ ਆ ਵੀ ਦਿੱਲੀ ਉਹ ਨਹੀਂ ਪਹਿਲਾਂ ਇਹਨਾਂ ਨੇ ਪਹੁੰਚ ਸਕਣਾ, ਦਿੱਲੀ ਦੇ ਬਾਅਦ ਵੀ। ਦੂਸਰਾ, ਜਿੰਨਾ ਇਹ ਸ਼ਾਂਤਮਈ ਅੰਦੋਲਨ ਚੱਲਿਆ ਇਹ ਵਰਲਡ ਰਿਕਾਰਡ ਰੱਖਿਆ ਗਿਆ। ਮਤਲਬ 192 ਕੰਟਰੀ UN ਦੇ ਆ, ਉਹਨਾਂ ਨੇ ਸਪੋਰਟ ਕਰਿਆ, ਬਾਹਰ ਦੀ ਪੂਰੀ ਸਪੋਰਟ ਆਈ ਆ। ਪਲੱਸ ਜਿਹੜੀ ਕਿਸਾਨਾਂ ਦੀ ਲੀਡਰ ਹੈਗੀ ਆ ਇਹ ਬਿਲਕੁਲ ਇੰਨੀ ਤਕੜੀ ਲੀਡਰਸ਼ਿਪ ਹੈਗੀ ਆ। ਇਹਨਾਂ ਨੇ ਇਹਨਾਂ ਦੇ ਸਾਹਮਣੇ ਜਿਹੜੇ ਵੀ ਸੈਂਟਰ ਦੇ ਵਕੀਲ ਆ ਉਹ ਲਾਜਵਾਬ ਹੋ ਗਏ, ਖੜ ਨਹੀਂ ਸਕੇ, ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ। ਵਕੀਲ ਸਾਹਿਬ ਇੱਕ ਗੱਲ ਕਿਸਾਨ ਕਹਿੰਦੇ ਸਾਡੇ ਵਾਸਤੇ ਕਾਨੂੰਨ ਮਾਰੂ ਆ, ਸਾਨੂੰ ਨਹੀਂ ਚਾਹੀਦੇ, ਫਿਰ ਕੇਂਦਰ ਸਰਕਾਰ BJP ਦੀ ਸਰਕਾਰ ਕਿਉਂ ਅੜੀ ਹੋਈ ਆ ਇਹਨਾਂ 3 ਕਾਨੂੰਨਾਂ ਨੂੰ ਲਾਗੂ ਕਰਨ ਵਾਸਤੇ, ਕੀ ਕਹਿੰਦੇ ਹੋ? ਉਹ ਅੜੀ ਇਸ ਗੱਲ 'ਤੇ ਆ ਵੀ ਜਿਹੜੀਆਂ ਵੀ ਅੱਜ ਕੱਲ੍ਹ ਇਲੈਕਸ਼ਨਾਂ ਬਹੁਤ ਮਹਿੰਗੀਆਂ ਹੋ ਗਈਆਂ। ਇਲੈਕਸ਼ਨਾਂ ਜਿਹੜੀਆਂ ਹੈਗੀਆਂ ਇਹ ਵੱਡੇ ਘਰਾਣਿਆਂ ਤੋਂ ਲੈ ਕੇ ਇਹ ਸਾਰੇ ਪੈਸੇ ਲੈ ਕੇ ਵੱਡੇ ਘਰਾਣਿਆਂ ਤੋਂ ਅਰਬਾਂ ਰੁਪਏ ਲੈ ਕੇ ਜਿੱਤਦੀ ਆ। ਇਹ ਹੁਣ ਜੱਗ ਜ਼ਾਹਰ ਆ ਵੀ ਕਿਹਨਾਂ ਤੋਂ ਇਹਨਾਂ ਨੇ ਪੈਸੇ ਲਏ ਹੈਗੇ ਆ। ਪਲੱਸ ਸੈਂਟਰ ਦੇ ਕੋਲ ਤਾਂ ਉਹ ਵੀ ਪਾਵਰ ਆ ਵੀ ਜੇ ਇੱਕ ਨੋਟੀਫਿਕੇਸ਼ਨ ਵੀ ਕਿਸੇ ਵੀ ਇੰਡਸਟਰੀ ਦੇ ਹੱਕ ਵਿੱਚ ਕਰਤਾ ਜਾਏ ਤਾਂ ਇਹ ਅਰਬਾਂ ਰੁਪਏ ਕਮਾਉਂਦੇ ਆ, ਜਿਹੜਾ ਕਿ ਸਾਨੂੰ ਬਿਲਕੁਲ ਕਿਹਾ ਉਹ ਦਿਖਾਈ ਨਹੀਂ ਦਿੰਦਾ ਹੈਗਾ ਉਹ ਜਿਹੜੀ ਚੀਜ਼ ਆ। ਹੁਣ ਜਿਹੜੇ ਜਿਹਨਾਂ 2 ਘਰਾਣਿਆਂ ਦੇ ਨਾਂ ਆ ਚੁੱਕੇ ਆ ਉਹਨਾਂ ਤੋਂ ਅਰਬਾਂ ਰੁਪਏ ਇਹਨਾਂ ਨੇ ਲਏ ਆ, ਇਲੈਕਸ਼ਨ ਲੜੀ ਆ, ਤਾਂ ਫਿਰ ਉਧਰ ਵੀ ਤਾਂ ਇਹ ਉਹਨਾਂ ਦਾ ਹੀ ਸਾਥ ਦੇਣਾ ਹੈ। ਹੁਣ ਇਹ ਆਰਡੀਨੈਂਸ ਇਸੀ ਟਾਈਮ ਲਿਆਂਦੇ ਗਏ, ਕਰੋਨਾ ਦੇ ਟਾਈਮ ਤਾਂ ਹੀ ਆ ਵੀ ਇਹ ਬੋਲ ਨਾ ਸਕਣ। ਪਰ ਕਿਸਾਨਾਂ ਨੇ ਤਾਂ ਇਹ ਤਾਂ ਫਰਵਰੀ ਤੋਂ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ, ਤਾਂ ਜੂਨ ਤੋਂ ਖੁੱਲ੍ਹ ਕੇ ਆ ਗਏ ਜਦੋਂ ਕਾਨੂੰਨ ਬਣ ਗਏ। ਔਰ ਪਲੱਸ ਜਿਹੜਾ ਇੱਕ ਇਹ ਵੀ ਆ, ਦੇਖੋ ਗੌਰਮੈਂਟ ਤਾਂ ਇਹ ਵੀ ਇਲਜ਼ਾਮ ਲਾਉਂਦੀ ਆ ਵੀ ਪੋਲੀਟੀਕਲ ਪਾਰਟੀਆਂ ਦੀ ਸ਼ਹਿ ਆ। ਕਿਸੇ ਪੋਲੀਟੀਕਲ ਪਾਰਟੀ ਦੀ ਸ਼ਹਿ ਨਹੀਂ, ਇਹ ਜਿਹੜੀ ਹੈਗੀ ਆ ਇਹ ਨਿਰੋਲ ਕਿਸਾਨਾਂ ਦਾ ਸੰਘਰਸ਼ ਆ। ਔਰ ਪਲੱਸ ਇਹ ਜਿਹੜੀ ਗੁਰੂ ਨਾਨਕ ਵਿਚਾਰਧਾਰਾ, ਜਿਹੜੀ ਸਿੱਖ ਵਿਚਾਰਧਾਰਾ ਇਹ ਉਹਦੇ ਉੱਤੇ ਹੀ ਬੇਸ ਆ ਇਹ ਸਾਰਾ ਸੰਘਰਸ਼। ਗੁਰੂ ਨਾਨਕ ਵਿਚਾਰਧਾਰਾ ਦੀ ਗੱਲ ਕੀਤੀ ਹੈ। ਬੀਤੇ ਦਿਨੇ ਗੋਦੀ ਮੀਡੀਆ ਵੱਲੋਂ ਪਹਿਲਾਂ ਤਾਂ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਗਿਆ ਵੀ ਅੱਤਵਾਦੀ ਹੈਗੀ ਆ, ਤੇ ਹੁਣ ਇੱਕ ਹੋਰ ਨਵਾਂ ਪ੍ਰੋਪੋਗੰਡਾ ਸ਼ੁਰੂ ਕੀਤਾ ਗਿਆ। ਖਾਲਸਾ ਏਡ ਜਿਹੜੀ ਹੈਗੀ ਆ ਬਿਨਾਂ ਭੇਦਭਾਵ ਦੇ ਪੂਰੇ ਦੁਨੀਆ ਦੇ ਵਿੱਚ ਜਿਹੜੀ ਹੈਗੀ ਆ ਹਰ ਧਰਮ ਦੇ ਜਿਹੜੇ ਹੈਗੇ ਆ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਂਦੀ ਆ। ਉਸ ਨੂੰ ਜਿਹੜਾ ਇੱਕ ਅੱਤਵਾਦੀਆਂ ਦੇ ਵੱਲੋਂ ਫੰਡਿੰਗ ਕਰਨ ਦੀ ਗੱਲ ਕਹੀ ਗਈ, ਅੱਤਵਾਦੀ ਸੰਗਠਨ ਦੇ ਨਾਲ ਜੋੜਿਆ ਜਾ ਰਿਹਾ। ਅਖੰਡ ਕੀਰਤਨੀ ਜਥਾ ਹੈਗਾ ਉਹ ਸੇਵਾ ਕਰ ਰਿਹਾ, ਉਹਨਾਂ ਨੂੰ ਉਸ ਦੇ ਨਾਲ ਜੋੜਿਆ ਜਾ ਰਿਹਾ। ਕਿਵੇਂ ਦੇਖਦੇ ਹੋ ਇੱਕ ਸੰਤ ਜਰਨੈਲ ਸਿੰਘ ਭਿੰਡਰਾਂ ਜਿਹਦੇ ਦਰਬਾਰ ਸਾਹਿਬ ਦੇ ਵਿੱਚ ਇੱਕ ਜਿਹੜੀ ਹੈਗੀ ਆ ਨਿਸ਼ਾਨੀ ਵੀ ਰੱਖੀ ਗਈ ਆ, ਉਹਨਾਂ ਦੀ ਯਾਦਗਾਰ ਬਣਾਈ ਗਈ ਆ, ਉਸ ਨੂੰ ਜਿਹੜਾ ਅੱਤਵਾਦੀ ਦੱਸਿਆ ਗਿਆ। ਕਿਵੇਂ ਦੇਖਦੇ ਹੋ ਜਿਹੜਾ ਗੋਦੀ ਮੀਡੀਆ ਲਗਾਤਾਰ ਜਿਹੜਾ ਹੈਗਾ ਭੜਕਾਊ ਇਹ ਜਿਹੜੀਆਂ ਖਬਰਾਂ ਦਿਖਾ ਕੇ ਲੋਕਾਂ ਨੂੰ ਜਿਹੜਾ ਹੈਗਾ ਇੱਕ ਮਾਹੌਲ ਜਿਹੜਾ ਹੈਗਾ ਖਰਾਬ ਕਰਨ ਦੀਆਂ ਗੱਲਾਂ ਕਰ ਰਿਹਾ? ਦੇਖੋ ਇਸ ਤਰ੍ਹਾਂ ਗੱਲ ਆ, ਗੌਰਮੈਂਟ ਨੇ ਪੂਰਾ ਜ਼ੋਰ ਲਾਇਆ ਜਿਹੜਾ ਵੱਖਵਾਦੀ, ਅੱਤਵਾਦੀ, ਖਾਲਿਸਤਾਨੀ ਜਾਂ ਕਮਿਊਨਿਸਟ, ਨਕਸਲਬਾੜੀ, ਇਹ ਸਭ ਕੁਛ ਇਹਨਾਂ ਨੇ ਕਿਹਾ ਹੈ। ਪਰ ਇਸ ਟਾਈਮ ਜਿਹੜਾ ਹੈਗਾ ਜਿਹੜੇ ਲੋਕ ਆ ਉਹ ਇਕੱਠੇ ਹੋ ਗਏ, ਉਹਨਾਂ ਨੇ ਪੂਰਾ ਸਮਝ ਲਿਆ ਵੀ ਇਹ ਬਿਲਕੁਲ ਗਲਤ ਕਹਿ ਰਹੇ ਆ। ਦੇਖੋ ਗੁਰੂ ਨਾਨਕ ਵਿਚਾਰਧਾਰਾ ਸਿੱਖ ਵਿਚਾਰਧਾਰਾ ਇਹ ਚਾਹੇ ਮੰਨੇ ਚਾਹੇ ਨਾ ਮੰਨੇ, ਇਹ ਚਿੱਟੇ ਦਿਨ ਦੀ ਤਰ੍ਹਾਂ ਸਾਫ਼ ਆ। ਗੁਰੂ ਨਾਨਕ ਵਿਚਾਰਧਾਰਾ ਨੇ ਹੀ ਇੰਡੀਆ ਨੂੰ ਆਜ਼ਾਦੀ ਦਵਾਈ ਆ, ਚਾਹੇ ਉਹ ਆਜ਼ਾਦੀ ਮੁਗਲਾਂ ਕੋਲੋਂ ਸੀ,
ਚਾਹੇ ਅੰਗਰੇਜ਼ਾਂ ਕੋਲੋਂ ਸੀ। ਜਿਹੜੇ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਤੇ ਚੱਲਦੇ ਆ, ਉਹਨਾਂ ਦੇ ਸ਼ੁਰੂ ਕੀਤੇ ਲੰਗਰ ਲਗਾ ਰਹੇ ਆ, ਉਹਨਾਂ ਨੂੰ ਅੱਤਵਾਦੀ ਕਿਉਂ ਦੱਸਿਆ ਜਾ ਰਿਹਾ? ਦੇਖੋ ਜਿਹੜੀ ਸਾਡੀ ਵਿਚਾਰਧਾਰਾ, ਜਿਹੜੀ ਲੰਗਰ ਦੀ ਵਿਚਾਰਧਾਰਾ ਹੈ, ਇਸ ਕਰੋਨਾ ਦੇ ਵਿੱਚ ਵੀ ਦੁਨੀਆ ਦੇ ਵਿੱਚ ਸਾਬਤ ਕਰ ਦਿੱਤਾ ਵੀ ਜਿਹੜੀ ਸਿੱਖ ਵਿਚਾਰਧਾਰਾ ਇਸ ਸਾਲ ਦੇ ਵਿੱਚ ਹੀ ਬਹੁਤ ਫੈਲੀ ਆ। ਪਹਿਲਾਂ ਇੰਨਾ ਇਹਦਾ ਪ੍ਰਚਾਰ ਹੋ ਹੀ ਨਹੀਂ ਸਕਿਆ। ਸਾਡੀਆਂ ਸਿੱਖ ਸੰਸਥਾਵਾਂ ਸੀ ਉਹ ਵੀ ਨਹੀਂ ਕੰਮ ਕਰ ਸਕੀਆਂ। ਜਿਹੜਾ ਲੰਗਰ ਦੇ ਵਿੱਚ ਹੀ ਜਿਹੜੇ ਉੱਥੇ ਹੁਣ ਲੰਗਰ ਲੱਗੇ ਹੋਏ ਹੈਗੇ ਆ, ਮੈਂ ਆਪ ਖੁਦ ਜਾ ਕੇ ਦੇਖ ਕੇ ਆਇਆ ਹੈਗਾ, ਇਹਦਾ ਕੋਈ ਮੁਕਾਬਲਾ ਨਹੀਂ ਸਿੱਖ ਵਿਚਾਰਧਾਰਾ ਦਾ। ਤੁਹਾਨੂੰ ਮੈਂ ਆਜ਼ਾਦੀ ਦੀ ਗੱਲ ਕਰੀ, ਫਿਰ ਸਿੱਖ ਵਿਚਾਰਧਾਰਾ ਨੇ ਹੀ ਜਿਹੜੇ ਦੇਸ਼ ਦੇ ਹੱਦਾਂ ਦੀ ਰਾਖੀ ਕੀਤੀ। ਸਿੱਖ ਵਿਚਾਰਧਾਰਾ ਨੇ, ਬਾਬਾ ਨਾਨਕ ਨੇ 18 ਸਾਲ ਖੇਤੀ ਕੀਤੀ। ਸਿੱਖ ਵਿਚਾਰਧਾਰਾ ਨਹੀਂ, ਜਦੋਂ ਦੇਸ਼ ਮਤਲਬ ਕਿ ਅਨਾਜ ਨਹੀਂ ਸੀ, ਭੁੱਖਾ ਮਰ ਰਿਹਾ ਸੀ, ਉਹਨਾਂ ਨੇ ਕਿਸਾਨਾਂ ਨੇ ਅੰਨ ਪੈਦਾ ਕੀਤਾ। ਹੁਣ ਮੈਂ ਤੁਹਾਡੀ ਗੱਲ ਕੱਟਾਂਗਾ ਵਿੱਚ, ਜਿਹੜਾ ਸਵਾਲ ਦਾ ਜਵਾਬ ਹਲੇ ਤੱਕ ਨਹੀਂ ਮਿਲਿਆ ਕਿ ਜਿਹੜਾ ਸੇਵਾ ਕਰ ਰਹੇ ਆ, ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਤੇ ਚੱਲ ਰਿਹਾ, ਉਹਨਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ। ਆਮ ਲੋਕ ਜੇ ਕੋਈ ਗਲਤ ਬੋਲ ਦੇਵੇ ਕਿਸੇ ਦੇ ਖਿਲਾਫ, ਉਹਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਜਾਂਦਾ, ਅਦਾਲਤਾਂ ਦੇ ਵਿੱਚ ਉਸਨੂੰ ਜਿਹੜਾ ਹੈਗਾ ਪੇਸ਼ ਹੋਣਾ ਪੈਂਦਾ ਹੈ। ਕਿ ਇਹ ਜਿਹੜਾ ਹੈਗਾ ਗੋਦੀ ਮੀਡੀਆ ਜਾਂ ਅਜਿਹੇ ਲੋਕਾਂ ਵਾਸਤੇ ਕੋਈ ਤੁਸੀਂ ਕਾਨੂੰਨੀ ਮਾਹਰ ਹੋ, ਜਿਸ ਤਰ੍ਹਾਂ ਅੱਤਵਾਦੀ ਦੱਸਿਆ ਗਿਆ, ਖਾਲਸਾ ਏਡ ਦੇ ਜਿਹੜਾ ਹੈਗਾ ਮੁਖੀ ਆ, ਉਹਨਾਂ ਨੂੰ ਅੱਤਵਾਦੀ ਸੰਗਠਨ ਦੇ ਨਾਲ ਜੋੜਿਆ ਜਾ ਰਿਹਾ। ਅਖੰਡ ਕੀਰਤਨੀ ਜਥਾ, ਉਹਨੂੰ ਅੱਤਵਾਦੀਆਂ ਦੇ ਨਾਲ ਜੋੜਿਆ ਜਾ ਰਿਹਾ। ਪੂਰੀ ਸਿੱਖ ਕੌਮ ਜਿਹੜਾ ਹੈਗਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਉੱਥੇ ਮੱਥਾ ਟੇਕਦੀ, ਯਾਦਗਾਰ ਬਣਾਈ ਗਈ ਦਰਬਾਰ ਸਾਹਿਬ ਦੇ ਵਿੱਚ, ਉਹਨੂੰ ਅੱਤਵਾਦੀ ਦੱਸਿਆ ਗਿਆ, ਜਦੋਂ ਕਿ ਕਾਨੂੰਨੀ ਤੌਰ ਤੇ ਕਿਤੇ ਵੀ ਕਾਗਜ਼ਾਂ ਦੇ ਵਿੱਚ ਅੱਤਵਾਦੀ ਨਹੀਂ ਦੱਸਿਆ ਗਿਆ ਭਿੰਡਰਾਂਵਾਲੇ ਨੂੰ। ਫਿਰ ਇਹਨਾਂ ਦੇ ਖਿਲਾਫ ਕੀ ਕਾਰਵਾਈ ਬਣਦੀ ਕਾਨੂੰਨੀ ਤੌਰ ਤੇ, ਜਿਹੜੇ ਇਸ ਤਰ੍ਹਾਂ ਦੇ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਕਰਦੇ ਆ? ਇਹਨਾਂ ਦੇ ਖਿਲਾਫ ਕੇਸ ਕਰਨਾ ਚਾਹੀਦਾ ਹੈ। ਜਿਹੜੇ ਵੀ ਸੰਸਥਾਵਾਂ ਨੂੰ ਬੋਲਿਆ ਗਿਆ, ਸਿੱਖ ਸੰਸਥਾਵਾਂ ਨੂੰ, ਇਹਨਾਂ ਨੂੰ ਕੇਸ ਕਰਨਾ ਚਾਹੀਦਾ ਹੈ। ਔਰ ਬਹੁਤ ਵਕੀਲ ਇਹ ਕੇਸ ਲੜਨ ਨੂੰ ਤਿਆਰ ਆ। ਹੁਣ ਜਿਹੜਾ ਈਵਨ ਖਾਲਸਤਾਨੀ ਨਾਅਰੇ ਲਾਉਣ ਤੇ ਵੀ ਜਿਹੜਾ ਹੈਗਾ, ਤਾਂ ਇਹ ਤਾਂ ਸੁਪਰੀਮ ਕੋਰਟ ਵੀ ਜਿੱਤ ਚੁੱਕੇ ਆ ਵੀ ਸ਼ਾਂਤਮਈ ਤਰੀਕੇ ਨਾਲ। ਸਿਮਰਨਜੀਤ ਸਿੰਘ ਮਾਨ ਹੋਰੀ ਕੇਸ ਜਿੱਤ ਚੁੱਕੇ ਆ ਵੀ ਜੇ ਖਾਲਸਤਾਨੀ ਨਾਅਰਾ ਲਾਉਣਾ ਕੋਈ ਮਾੜੀ ਗੱਲ ਨਹੀਂ, ਆਪਣੇ ਹੱਕ ਮੰਗਣਾ ਸ਼ਾਂਤਮਈ ਤਰੀਕੇ ਨਾਲ। ਜਿਹੜੀ ਤੁਸੀਂ ਗੱਲ ਕਰੀ, ਇਹ ਜਿਹੜੇ ਅੱਤਵਾਦੀ ਕਹਿ ਰਹੇ ਆ, ਜਿਹੜੇ ਇਸ ਤਰ੍ਹਾਂ ਕਹਿ ਰਹੇ ਆ, ਇਹਨਾਂ ਨੂੰ ਅਦਾਲਤਾਂ ਵਿੱਚ ਜਾਣਾ ਚਾਹੀਦਾ ਹੈ, ਹਾਈ ਕੋਰਟ ਜਾਂ ਸੁਪਰੀਮ ਕੋਰਟ, ਜਿੱਥੇ ਮਰਜ਼ੀ ਜਾਣ, ਔਰ ਇਨਸਾਫ ਜ਼ਰੂਰ ਮਿਲੇਗਾ, ਆਸ ਰੱਖਣੀ ਚਾਹੀਦੀ ਆ। ਤੇ ਹੁਣ ਕਿਵੇਂ ਦੇਖਦੇ ਹੋ, ਜਿਹੜਾ ਸਰਕਾਰ ਨੇ ਮੰਨ ਲਿਆ ਕਿ ਜਿਹੜਾ ਪਰਾਲੀ ਵਾਲਾ ਕਾਨੂੰਨ ਆ, ਬਿਜਲੀ ਐਕਟ, ਹਾਲੇ ਜਿਹੜੇ ਲਾਗੂ ਹੀ ਨਹੀਂ ਕੀਤੇ ਹੈਗੇ ਆ, ਉਹ ਵਾਪਸ ਲੈ ਲੈਂਦੇ ਆ। ਹਾਲਾਂਕਿ ਲੋਕਾਂ ਦੇ ਵਿੱਚ, ਕਿਸਾਨਾਂ ਦੇ ਵਿੱਚ ਚਰਚਾ ਹੈ ਕਿ ਸਰਕਾਰ ਨੇ ਜਿਹੜੇ 3 ਖੇਤੀ ਕਾਨੂੰਨ ਕਿਸਾਨ ਵਿਰੋਧੀ ਬਣਾਏ ਆ, ਉਹਨਾਂ ਨੂੰ ਸ਼ੈਲਟਰ ਦੇਣ ਵਾਸਤੇ 2 ਕਾਨੂੰਨ ਜਾਣ-ਬੁੱਝ ਕੇ ਬਣਾਏ ਆ ਕਿ ਜੇ ਮੁੱਦਾ ਉੱਠਿਆ ਤਾਂ ਅਸੀਂ ਇਹਨਾਂ ਨੂੰ ਵਾਪਸ ਕਰ ਲਾਂਗੇ, ਉਹ ਲਾਗੂ ਕਰ ਦਾਂਗੇ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ। ਜਦੋਂ ਕਿ ਤੁਸੀਂ ਸਮਝਦੇ ਹੋ, ਇੱਕ ਜੇ ਸਕੂਟਰ ਤੇ ਜਾਂਦਾ ਹੈ ਕੋਈ, ਉਹਦੀ ਇੰਸ਼ੋਰੈਂਸ ਨਹੀਂ ਆ, ਜੇ ਉਹਦੀ ਇੰਸ਼ੋਰ ਦਾ ਚਲਾਨ ਹੁੰਦਾ 1000, 2000, 5000, ਪਰੰਤੂ ਕਿਸਾਨਾਂ ਦੀ ਪਰਾਲੀ ਦੇ ਉੱਤੇ 1 ਕਰੋੜ ਰੁਪਏ ਜੁਰਮਾਨਾ। ਇਹ ਕਿੰਨਾ ਕੁ ਕਾਨੂੰਨੀ ਤੌਰ ਤੇ ਸਹੀ ਆ? ਕੀ ਲੱਗਦਾ ਕਿ ਵਾਕਈ ਇਹ ਜਿਹੜੇ 3 ਕਾਨੂੰਨ ਖੇਤੀ ਦੇ ਆ, ਉਹਨਾਂ ਨੂੰ ਜਿਹੜਾ ਹੈਗਾ ਸ਼ੈਲਟਰ ਦੇਣ ਵਾਸਤੇ ਜਾਣ-ਬੁੱਝ ਕੇ ਇੰਨੇ ਵੱਡੇ ਜੁਰਮਾਨੇ ਰੱਖੇ ਆ ਤਾਂ ਕਿ ਕਿਸਾਨਾਂ ਨੂੰ ਖੁਸ਼ ਕਰ ਦਈਏ? ਜਿੱਦਾਂ ਕੱਲ੍ਹ ਦੀ ਮੀਟਿੰਗ ਦੇ ਵਿੱਚ ਹੋਇਆ ਵੀ ਆਹ ਤੁਹਾਡਾ ਦੇਖੋ ਐਡਾ ਜੁਰਮਾਨਾ ਸੀਗਾ, ਇਹ ਵਾਪਸ ਲੈ ਲਿਆ। ਬਿਜਲੀ ਐਕਟ ਜਿਹੜਾ ਆਇਆ ਹੀ ਨਹੀਂ, ਜਿਹੜੇ ਮੇਨ ਜਿਹੜੇ ਹੈਗੇ ਆ ਕਾਨੂੰਨ ਜਿਨ੍ਹਾਂ ਤੋਂ ਕਿਸਾਨਾਂ ਨੂੰ ਖਤਰਾ ਹੈ, ਉਹ ਨਹੀਂ ਵਾਪਸ ਲੈ ਜਾ ਰਹੇ। ਦੇਖੋ ਇਸ ਤਰ੍ਹਾਂ ਹੈ, ਜਿਹੜਾ ਤੁਸੀਂ 1 ਕਰੋੜ ਜੁਰਮਾਨੇ ਦੀ ਗੱਲ ਕਰਦੇ ਸੀ, ਜਿਹੜੀ ਸਜ਼ਾ ਦੀ ਗੱਲ ਕਰਦੇ ਸੀ, ਇਹ ਤਾਂ ਬਦਲਾ ਲਊ ਭਾਵਨਾ ਨਾਲ ਕੀਤੇ ਗਏ। ਇਹ ਕਿਸਾਨ ਵੀ ਸਮਝ ਗਏ ਤੇ ਕਿਸਾਨ ਲੀਡਰਸ਼ਿਪ ਵੀ ਸਮਝ ਗਈ ਸੀ ਸਾਰੀ। ਹੁਣ ਜਿਹੜਾ ਇਹ ਕੱਲ੍ਹ ਜਿਹੜਾ ਮਾਹੌਲ ਸੀ, ਸਾਨੂੰ ਖੁਸ਼ ਨਹੀਂ ਹੋਣਾ ਚਾਹੀਦਾ ਵੀ ਇਹ 2 ਕਾਨੂੰਨ ਵਾਪਸ ਹੋ ਗਏ ਜਿਹੜੇ ਹੈਗੇ, ਜਿਸ ਤਰ੍ਹਾਂ ਉਹਨਾਂ ਨੇ ਕਹਿ ਦਿੱਤਾ ਜਿਹੜਾ ਹੈਗੇ ਆ ਬਈ ਇਹ ਅਸਲੀ ਤਾਂ ਮੁੱਦਾ ਖੜਾ ਹੀ ਆ। ਜਿਹੜੇ 3 ਕਾਨੂੰਨ ਜਿਹੜੇ ਵਾਪਸ ਔਰ ਪਲੱਬ MSP ਦਾ, ਇਹੀ ਤਾਂ ਮੇਨ ਚੀਜ਼ਾਂ ਹੈਗੀਆਂ। ਇਹ ਮੇਨ ਚੀਜ਼ਾਂ ਹੈਗੀਆਂ। ਇਹ ਜਿਹੜਾ ਹੈਗਾ ਹੁਣ ਜਿਹੜਾ ਇਹ ਸਰਕਾਰ ਇਹ ਮਤ ਸੋਚੇ ਵੀ ਜਿਹੜਾ ਇਹ ਅੰਦੋਲਨ ਆ ਇਹ ਇੱਥੇ ਰੁਕ ਜਾਏਗਾ, ਨਹੀਂ ਰੁਕੇਗਾ, ਇਹਨਾਂ ਰੁਕਣਾ ਨਹੀਂ ਹੈਗਾ। ਕਿਉਂਕਿ ਜਿਹੜੀਆਂ 40 ਜਥੇਬੰਦੀਆਂ ਜਾਂ ਟੋਟਲ ਹੁਣ ਆਲ ਓਵਰ ਇੰਡੀਆ ਜਨ ਅੰਦੋਲਨ ਬਣ ਗਿਆ, ਵਰਲਡ ਵਿੱਚ ਚਲੇ ਗਿਆ, ਜਦੋਂ ਤੱਕ ਕਾਨੂੰਨ ਵਿਦਡਰਾ ਨਹੀਂ ਕਰਦੇ ਤਾਂ ਕਿਸੇ ਹਾਲਤ ਵਿੱਚ ਵੀ ਕਿਸਾਨਾਂ ਦੀ ਲੀਡਰਸ਼ਿਪ ਨੂੰ ਸਮਝੌਤਾ ਨਹੀਂ ਕਰਨਾ ਚਾਹੀਦਾ।
ਔਰ ਇਹ ਕਹਿ ਵੀ ਚੁੱਕੇ ਆ, ਕਿਸਾਨ ਕੀ ਕਹਿ ਚੁੱਕੇ ਆ, ਕਿਸਾਨਾਂ ਦਾ ਗੁਰੂ ਨਾਨਕ ਵਿਚਾਰਧਾਰਾ ਦੀ ਮੈਂ ਗੱਲ ਕਰਦਾ, ਜਿਹੜਾ ਮੂਲ ਮੰਤਰ ਆ, ਮੂਲ ਮੰਤਰ ਵਿਚਾਰਧਾਰਾ ਹੀ ਮਨੁੱਖ ਨੂੰ ਆਜ਼ਾਦੀ ਦਿਵਾਉਂਦੀ ਆ। ਇਸ ਟਾਈਮ ਉਹਨਾਂ ਦਾ ਏਕਾ, ਨਿਰਭਉ ਨਿਰਵੈਰ, ਨਿਰਭਉ, ਡਰਨਾ ਨਹੀਂ, ਮੌਤ ਤੋਂ ਨਹੀਂ ਡਰਨਾ, ਜਿੰਨੇ ਮਰਜ਼ੀ ਸ਼ਹੀਦ ਹੋ ਜਾਣ, ਪਰ ਅਸੀਂ ਆਪਣੇ ਹੱਕ ਲੈ ਕੇ ਜਾਣਾ। ਸਾਰਿਆਂ ਨਾਲੋਂ ਵੱਡੀ ਗੱਲ, ਐਡਾ ਸ਼ਾਂਤਮਈ ਅੰਦੋਲਨ ਦੁਨੀਆ ਦੀ ਹਿਸਟਰੀ 'ਚ ਨਹੀਂ ਹੋਇਆ ਔਰ ਇਹਦਾ ਇਖਲਾਕੀ ਜਿੱਤ ਕਿਸਾਨਾਂ ਦੀ ਹੋ ਚੁੱਕੀ ਆ। ਐਡਵੋਕੇਟ ਮਹਿੰਦਰ ਸਿੰਘ ਜਿਹੜਾ ਹੈਗਾ ਕਿਸ ਤਰ੍ਹਾਂ ਖੜੇ ਆ ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ, ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਨਾਲ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ? ਦੇਖੋ, ਜੇ ਸਾਨੂੰ ਕੋਈ ਵੀ ਬੁਲਾਏਗਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ, ਤਨੋ ਮਨੋ ਧਨੋ। ਦੂਸਰਾ, ਜਿਉਂ ਹੀ ਇਹ ਸੰਘਰਸ਼ ਸ਼ੁਰੂ ਹੋਇਆ ਸੀ, ਮੈਨੂੰ 2 ਪੈਨਸ਼ਨਾਂ ਮਿਲਦੀਆਂ, ਮੈਂ ਇਹ ਕਹਿ ਦਿੱਤਾ ਸੀ ਵੀ ਮੈਂ 10% ਨਾਲੇ ਨਾਲ ਦਿੰਦਾ ਜਾਵਾਂਗਾ ਔਰ ਮੈਂ ਇਹ 3 ਮਹੀਨਿਆਂ ਵਿੱਚ ਦੇ ਵੀ ਦਿੱਤਾ ਹੈ ਜਾ ਕੇ। ਜੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ, ਜੇ ਜਥੇਬੰਦੀਆਂ ਨੂੰ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਅਦਾਲਤਾਂ ਦੇ ਵਿੱਚ ਕੇਸ ਦਾਇਰ ਕਰਨ ਦੀ ਜ਼ਰੂਰਤ ਪੈਂਦੀ ਆ, ਤਾਂ ਮਹਿੰਦਰ ਸਿੰਘ ਜੀ ਫ੍ਰੀ ਲੜਨਗੇ ਇਹਨਾਂ ਦੇ ਪਿੱਛੇ ਕੇਸ? ਬਿਲਕੁਲ ਫ੍ਰੀ ਲੜਾਂਗੇ ਔਰ ਮੈਂ ਤਾਂ ਇਹ ਵੀ ਧਾਰਿਆ ਵਾ ਹੈਗਾ ਬਈ ਮੈਂ ਹੁਣ ਵੀ 1 ਲੱਖ ਰੁਪਇਆ ਇਹਨਾਂ ਨੂੰ ਹੋਰ ਦੇਣਾ ਹੈਗਾ। ਜੇਕਰ ਕੋਈ ਕੇਸ ਲੜਨਗੇ ਤਾਂ 1 ਲੱਖ ਰੁਪਇਆ ਮੈਂ ਜਾਵਾਂਗਾ, ਵੀ ਲੱਖ ਰੁਪਇਆ ਵੀ ਦੇਵਾਂਗਾ। ਮੈਨੂੰ ਜਦੋਂ ਬੁਲਾਉਣਗੇ ਮੈਂ ਉਸੇ ਟਾਈਮ ਪਹੁੰਚ ਜਾਵਾਂਗਾ। ਸੋ ਬਿਲਕੁਲ ਕਿਸਾਨੀ ਸੰਘਰਸ਼ ਨੂੰ ਲੈ ਕੇ ਹਰ ਕੋਈ ਆਪਣੇ ਦਿਲ ਦੇ ਵਿੱਚ ਦਰਦ ਰੱਖਦਾ, ਕਿਉਂਕਿ ਜਿਹੜਾ ਵੀ ਬੰਦਾ ਅਨਾਜ ਖਾਂਦਾ, ਰੋਟੀ ਖਾਂਦਾ, ਉਹ ਕਿਸਾਨਾਂ ਦੇ ਨਾਲ ਜੁੜਿਆ ਹੋਇਆ, ਕਿਸਾਨੀ ਦੇ ਨਾਲ ਜੁੜਿਆ ਹੋਇਆ। ਇਸ ਕਰਕੇ ਹਰ ਇੱਕ ਵਰਗ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਜੁੜਿਆ ਹੋਇਆ। ਐਡਵੋਕੇਟ ਮਹਿੰਦਰ ਸਿੰਘ ਜੀ ਜਿਹੜੇ ਹੈਗੇ ਆ ਮਨੁੱਖੀ ਅਧਿਕਾਰਾਂ ਦੇ ਜਿਹੜੇ ਹੈਗੇ ਆ ਵਿਸ਼ੇਸ਼ ਤੌਰ 'ਤੇ ਵਕੀਲ ਹਨ। ਇਹਨਾਂ ਨੇ ਵੀ ਜਿਹੜਾ ਹੈਗਾ ਉਸ ਕਾਨੂੰਨਾਂ ਨੂੰ ਲੈ ਕੇ ਗਲਤ ਦੱਸਿਆ ਪੂਰਾ। ਇਹਨਾਂ ਨੇ ਇੱਕ ਪੁਆਇੰਟ ਦੇ ਉੱਤੇ ਜਿਹੜਾ ਹੈਗਾ ਤਸੱਲੀ ਬਖਸ਼ ਜਿਹੜਾ ਹੈਗਾ ਉਸ ਕਾਨੂੰਨਾਂ ਦਾ ਦੱਸਿਆ ਕਿ ਕਿਸ ਤਰ੍ਹਾਂ ਗਲਤ ਆ। ਪਹਿਲੀ ਗੱਲ ਹੈ ਕਿ ਜਿਹੜੀ ਹੈਗੀ ਆ ਕੇਂਦਰ ਸਰਕਾਰ ਖੇਤੀ ਦੇ ਮੁੱਦੇ ਨੂੰ ਲੈ ਕੇ ਜੋ ਕਾਨੂੰਨ ਬਣਾਏ ਹਨ ਉਹ ਅਧਿਕਾਰ ਨਹੀਂ ਰੱਖਦੀ, ਕਿਉਂਕਿ ਇਹ ਸੂਬਾ ਸਰਕਾਰ ਦਾ ਵਿਸ਼ਾ ਹੈਗਾ। ਸੂਬਾ ਸਟੇਟ ਜਿਹੜੀ ਸਰਕਾਰ ਉਹ ਬਣਾ ਸਕਦੀ ਆ। ਅਤੇ ਦੂਸਰਾ, ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਅਜਿਹੇ ਕਾਨੂੰਨ ਬਣਾਏ ਨਹੀਂ ਜਾ ਸਕਦੇ। ਮਨੁੱਖੀ ਅਧਿਕਾਰਾਂ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਨੇ ਕਿਹਾ ਕਿ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਆ। ਅਗਰ ਕਿਸੇ ਵੀ ਕਿਸਾਨ ਜਥੇਬੰਦੀ ਨੂੰ ਇਹਨਾਂ ਦੀ ਕਾਨੂੰਨੀ ਤੌਰ 'ਤੇ ਰਾਏ ਦੀ ਲੋੜ ਆ ਜਾਂ ਅਦਾਲਤਾਂ ਦੇ ਵਿੱਚ ਕੇਸ ਲੜਨ ਦੀ ਲੋੜ ਹੈ ਤਾਂ ਬਿਲਕੁਲ ਫਰੀ ਕੇਸ ਵੀ ਲੜਨਗੇ ਅਤੇ ਨਾਲ ਜਿਹੜੀ ਹੈਗੀ ਆ ਮਾਇਆ ਦੀ ਮਦਦ ਵੀ ਕਰਨਗੇ। ਜਦੋਂ ਅਜਿਹੇ ਸਮਾਜ ਸੇਵੀ ਜਿਹੜੇ ਹੈਗੇ ਆ ਸੀਨੀਅਰ ਬੁੱਧੀਜੀਵੀ ਵਕੀਲ ਕਿਸਾਨਾਂ ਦੇ ਨਾਲ ਆ ਤਾਂ ਉਮੀਦ ਰੱਖਦੇ ਹਾਂ ਕਿ ਜਿੱਤ ਜਲਦੀ ਹੋਊਗੀ ਅਤੇ ਕੇਂਦਰ ਸਰਕਾਰ ਨੂੰ ਜਲਦੀ ਜਿਹੜੇ ਹੈਗੇ ਗੋਡੇ ਟੇਕਣੇ ਪਵੇਗੇ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।